मैं डॉक्टर सुंदरजीत कौर बुट्टर लैक्चरर पंजाबी सरकारी कन्या सीनियर सैकेंडरी स्कूल कैंप बटाला जिला गुरदासपुर विखे सेवा निभा रही हाँ। मेरे वालों तुहानू सारिਆਂ ਨੂੰ प्यार ते सत्कार भरपूर सत श्री अकाल। चिंतावां ਕਹਿੰਦੇ ਨੇ चिखा बराबर ਹੁੰਦੀਆਂ ਹਨ। चिंतावां ते तनाव जिंदगी ਨੂੰ नरक ਵੱਲ ਲੈ ਕੇ ਜਾਂਦੇ ਨੇ ਤੇ खुशहाली ते तनाव मुक्त जिंदगी चिंता मुक्त जिंदगी खूबसूरत जिहड़ी आ जिंदगी नूं आवाज़ दिंदी है। प्यारे बच्चों, अज मैं तुहाडे नाल स्वागत जिंदगी 12वीं जमात विचला विशा लैके आई हाँ। विषय का नाम है गुस्से तनाव नूं दूर करन दी समझ अते खुशहाल जीवन जाच। जिस तरह कि इसके नाम तो ही पता लगता है कि जेकर असी अपनी जिंदगी दे विच चिंतावां ते तनाव तो मुक्त रहांगे तो सानू जिंदगी मुश्किल नहीं लगेगी। सानू जिंदगी की हर चुनौती नवे संघर्ष के रूप विच नवी उम्मीद के रूप विच लगेगी ते असी उस उम्मीद नूं उस संघर्ष नूं जारी रखते हुए अपनी मनचाही मंजिल वाल पहुँच सकते हैं। सिर्फ सानू लोड़ आ कि इस जिंदगी दियां चिंतावां नूं छड्डण दी। ठीक है, जिंदगी चिंतावां दा नाम, मुश्किलों का नाम, संघर्ष का नाम, पर जेकर असी निक्की निक्की चिंता नूं निक्के निक्के तनाव नूं अपने दिमाग ते हावी कर लवांगे तो साडी जिहड़ी मन की दृढ़ता वा जां साडे मन का शौक वा मंजिल ते पहुँचण दा वो असी प्राप्त करन विच नाकामयाब हो सकते हैं। ते जेकर असी इन्हां छोटियां छोटियां चिंतावां फिकरां नूं छड्ड के ते अपने मकसद वाल वधदे रहिए तां सानू कोई मुश्किल नहीं आवेगी ते हर तरह की औखी तो औखी पौड़ी भी असी चढ़ते जावांगे ते मंजिलां तय करते जावांगे। बच्चों, अपनी आने वाली जिंदगी विच भी तुसीं इस गल नूं हमेशा याद रखना कि निक्के निक्के वहम ते निक्कियां निक्कियां चिंतावां फिकर अपने उत्ते हावी नहीं होण देने, बल्कि उन्हां नूं अपने दृढ़ मन दे नाल थल्ले दबा के ते अगे वधना ते फिर तुसीं कोई भी मुश्किल जो तुहाडी जिंदगी च आउंदी आ उहनूं हल कर सकते जी। अपने अंदर दा आत्म विश्वास अपने मन की दृढ़ता हमेशा कायम रखनी ते फिर तुसीं कोई भी मुश्किल नूं मुश्किल नहीं समझोगे, बल्कि बड़े आसानी दे नाल इस जिंदगी रूपी संघर्ष विच सफल हो जाओगे। ते आओ इस विषय नूं छूहने आ वखरियां वखरियां क्रियावां करके कि तुहानूं आत्म विश्वास की चीज़ है, दृढ़ता की चीज़ है, तनाव मुक्त जिंदगी की चीज़ है, ये सब समझ लग जाए। आओ वेखिए। ਜ਼ਿੰਮੇਵਾਰੀਆਂ ਦੇ ਅਹਿਸਾਸ ਨਾਲ ਕਿਸ਼ੋਰ ਉਮਰ ਵਿੱਚ ਤਣਾਅ ਜਾਂ ਚਿੰਤਾਵਾਂ ਦੇ ਕਾਰਨਾਂ ਨੂੰ ਸਮਝਣਾ। ਦੂਸਰਾ, ਮਾਨਸਿਕ ਤਣਾਅ ਦੀ ਪ੍ਰਤੀਕਿਰਿਆ ਵਜੋਂ ਪੈਦਾ ਹੋਏ ਗੁੱਸੇ ਅਤੇ ਈਰਖਾ ਦੇ ਭਾਵਾਂ ਨੂੰ ਕਾਬੂ ਵਿੱਚ ਰੱਖਣਾ। ਤੀਸਰਾ, ਮਾਨਸਿਕ ਊਰਜਾ ਤੇ ਚੰਗੀ ਸਿਹਤ ਉੱਤੇ ਆਧਾਰਿਤ ਖੁਸ਼ਹਾਲ ਜੀਵਨ ਜਾਚ। ਜਾਣੀ ਕਿ ਅਸੀਂ ਆਪਣੇ ਮਾਨਸਿਕ ਤਣਾਅ ਨੂੰ ਜੇਕਰ ਦੂਰ ਰੱਖਾਂਗੇ ਤੇ ਗੁੱਸੇ ਤੇ ਈਰਖਾ ਦੇ ਭਾਵਾਂ ਨੂੰ ਕਾਬੂ ਵਿੱਚ ਰੱਖਾਂਗੇ ਤਾਂ ਅਸੀਂ ਇੱਕ ਖੁਸ਼ਹਾਲ ਜੀਵਨ ਜਾਚ ਅਪਣਾ ਲਵਾਂਗੇ। ਤੁਹਾਨੂੰ ਇਹ ਪ੍ਰਵਾਨ ਕਰਨਾ ਪਵੇਗਾ ਕਿ ਤੁਸੀਂ ਸਭ ਤੋਂ ਉੱਤਮ ਜੀ, ਸਭ ਤੋਂ ਵਧੀਆ। ਤੁਹਾਡੇ ਅੰਦਰ ਇਹ ਜਿਹੜਾ ਵਾ ਭਾਵਨਾ ਚੰਗੀ ਤਰ੍ਹਾਂ ਭਰੀ ਹੋਣੀ ਚਾਹੀਦੀ ਆ
ਕਿ ਤੁਸੀਂ ਹੀ ਬਿਹਤਰ ਹੋ ਸਭ ਨਾਲੋਂ। ਇਹ ਵੀ ਸੰਭਵ ਨਹੀਂ ਕਿ ਤੁਹਾਡੇ ਵਰਗਾ ਹੂਬਹੂ ਇਨਸਾਨ ਕਿਤੇ ਮਿਲ ਨਹੀਂ ਸਕਦਾ। ਇਹ ਜੋ ਸਿਧਾਂਤ ਹੈ ਫਲਾਈ ਦਾ, ਫਸਟ ਲਵ ਯੂਰਸੈਲਫ, ਆਪਣੇ ਆਪ ਨੂੰ ਪਿਆਰ ਕਰਕੇ ਆਪਣੇ ਆਤਮ ਵਿਸ਼ਵਾਸ ਨੂੰ ਕਾਇਮ ਰੱਖ ਕੇ ਤੁਸੀਂ ਹਰ ਤਰ੍ਹਾਂ ਦੀ ਮੰਜ਼ਿਲ ਨੂੰ ਪ੍ਰਾਪਤ ਕਰ ਸਕਦੇ ਜੀ। ਇਹ ਦੁਨੀਆ ਦੇ ਵਿੱਚ ਅਨੇਕਾਂ ਦੁੱਖ ਤਕਲੀਫਾਂ ਵੀ ਆਉਂਦੀਆਂ, ਅਤੇ ਉਹਨਾਂ ਦੁੱਖ ਤਕਲੀਫਾਂ ਵਿੱਚ ਘਬਰਾਏ ਤੋਂ ਬਗੈਰ ਆਪਣੀ ਮੰਜ਼ਿਲ ਵੱਲ ਵਧਣਾ ਅਤੇ ਉਸ ਮੰਜ਼ਿਲ ਨੂੰ ਪਾ ਲੈਣਾ ਹੀ ਆਤਮ ਵਿਸ਼ਵਾਸ ਹੈ। ਜੇਕਰ ਤੁਸੀਂ ਇਹਨਾਂ ਮਾਨਸਿਕ ਪਰੇਸ਼ਾਨੀਆਂ ਤੋਂ ਮੁਕਤ ਹੋ ਕੇ ਆਸ਼ਾਵਾਦੀ ਦ੍ਰਿਸ਼ਟੀ ਦੇ ਨਾਲ ਆਪਣੀ ਮੰਜ਼ਿਲ ਵੱਲ ਵਧਦੇ ਜਾਓਗੇ ਤੇ ਕਾਮਯਾਬੀ ਜ਼ਰੂਰ ਹੀ ਤੁਹਾਨੂੰ ਮਿਲ ਜਾਵੇਗੀ। ਜੇਕਰ ਤੁਸੀਂ ਇਹ ਸੋਚੋਗੇ ਕਿ ਅਸੀਂ ਇਸ ਕੰਮ ਵਿੱਚ ਕਾਮਯਾਬ ਨਹੀਂ ਹੋ ਸਕਦੇ, ਨਾ ਜਿੱਥੇ ਆ ਜੇ ਉੱਥੇ ਕਾਮਯਾਬੀ ਵਿੱਚ ਰੁਕਾਵਟ ਜ਼ਰੂਰ ਆਉਂਦੀ ਆ, ਅਤੇ ਜੇਕਰ ਤੁਸੀਂ ਆਪਣੇ ਮਨੋਬਲ ਨੂੰ ਇੰਨਾ ਕੁ ਮਜ਼ਬੂਤ ਕਰੋਗੇ ਕਿ ਇਹ ਜਿਹੜੀ ਕਾਮਯਾਬੀ ਆ ਇਹ ਤੁਸੀਂ ਪ੍ਰਾਪਤ ਕਰ ਹੀ ਲੈਣੀ ਹੈ, ਅਤੇ ਜਦੋਂ ਤੁਹਾਡੇ ਅੰਦਰ ਇਹ ਭਾਵਨਾ ਜਾਗਰਤ ਹੋਵੇਗੀ ਤੇ ਤੁਸੀਂ ਉਸ ਪ੍ਰਾਪਤੀ ਨੂੰ ਜ਼ਰੂਰ ਹੀ ਹਾਸਲ ਕਰ ਲਵੋਗੇ। ਸਿਰਫ ਲੋੜ ਆ ਆਪਣੇ ਆਤਮ ਵਿਸ਼ਵਾਸ ਨੂੰ ਹਮੇਸ਼ਾ ਜਾਗਦੇ ਰੱਖਣ ਦੀ, ਆਪਣੇ ਮਨੋਬਲ ਨੂੰ ਹਮੇਸ਼ਾ ਮਜ਼ਬੂਤ ਰੱਖਣ ਦੀ, ਅਤੇ ਫਿਰ ਹਰ ਤਰ੍ਹਾਂ ਦੀ ਔਖੀ ਤੋਂ ਔਖੀ ਮੰਜ਼ਿਲ ਵੀ ਸੌਖੀ ਬਣ ਕੇ ਤੁਹਾਡੇ ਰਾਹਾਂ ਵਿੱਚ ਖਲੋਵੇਗੀ। ਆਪਣੀ ਇਸ ਭਾਵਨਾ ਨੂੰ ਹਮੇਸ਼ਾ ਜਾਗਦੀ ਰੱਖੋ, ਉਜਾਗਰ ਰੱਖੋ, ਤਾਂ ਕਿ ਤੁਹਾਨੂੰ ਮਨ ਚਾਹੀ ਮੰਜ਼ਿਲ ਮਿਲ ਜਾਵੇ। ਜੇਕਰ ਸਾਨੂੰ ਕੋਈ ਤਣਾਅ ਨਹੀਂ ਤਾਂ ਗੁੱਸੇ ਜਾਂ ਕ੍ਰੋਧ ਲਈ ਵੀ ਸਾਡੇ ਜੀਵਨ ਵਿੱਚ ਕੋਈ ਥਾਂ ਨਹੀਂ ਰਹਿ ਜਾਂਦੀ। ਅਸੀਂ ਆਮ ਵੇਖਦੇ ਹਾਂ ਕਿ ਹਰ ਇੱਕ ਮਨੁੱਖ ਦੀਆਂ ਚਿੰਤਾਵਾਂ ਜਾਂ ਤਣਾਅ ਨਾਲ ਸੰਬੰਧਿਤ ਵੱਖ-ਵੱਖ ਸਰਵੇਖਣਾਂ ਦੇ ਕੁਝ ਅੰਕੜੇ ਵੀ ਨੋਟ ਕਰਦੇ ਹਾਂ ਕਿ ਕਿਸ ਤਰ੍ਹਾਂ ਅਸੀਂ ਤਣਾਅ ਵਿੱਚ ਜਦੋਂ ਆਉਂਦੇ ਹਾਂ ਅਤੇ ਉੱਥੋਂ ਗੁੱਸਾ ਪੈਦਾ ਹੁੰਦਾ ਹੈ, ਅਤੇ ਗੁੱਸੇ ਨਾਲ ਬਹੁਤ ਜ਼ਿਆਦਾ ਨੁਕਸਾਨ ਵੀ ਕਈ ਵਾਰ ਹੋ ਜਾਂਦਾ। ਜੇਕਰ ਅਸੀਂ ਸਰਵੇਖਣ ਕਰੀਏ ਤਾਂ ਇਸ ਸਿੱਟੇ 'ਤੇ ਪਹੁੰਚਦੇ ਹਾਂ ਕਿ ਬਹੁਤੀਆਂ ਚਿੰਤਾਵਾਂ ਜਿਹੜੀਆਂ ਵਾ ਉਹ ਮਨੁੱਖ ਨੇ ਆਪ ਹੀ ਕਿਸੇ ਨਾ ਕਿਸੇ ਕਾਰਨ ਘੜ ਲਈਆਂ ਹਨ। ਜਿਸ ਤਰ੍ਹਾਂ 40% ਚਿੰਤਾਵਾਂ ਕਾਲਪਨਿਕ ਹਨ। ਕਾਲਪਨਿਕ ਦਾ ਮਤਲਬ ਕਿ ਅਸੀਂ ਆਪਣੀ ਕਲਪਨਾ ਕਰ ਕਰਕੇ ਹੀ ਉਹ ਚਿੰਤਾਵਾਂ ਜਿਹੜੀਆਂ ਆਪਣੇ ਆਲੇ ਦੁਆਲੇ ਪੈਦਾ ਕਰ ਲਈਆਂ ਹਨ। ਇਹ ਮਨ ਘੜੰਤ ਹਨ। ਬਿਨਾਂ ਕਿਸੇ ਕਾਰਨ ਅਸੀਂ ਕਲਪਨਾ ਕਰਕੇ ਉਹ ਜਿਹੜੀ ਚਿੰਤਾ ਵਾ ਆਪਣੇ ਆਲੇ ਦੁਆਲੇ ਪੈਦਾ ਕਰ ਲੈਂਦੇ ਹਾਂ। ਅਤੇ ਜਿਹੜੀਆਂ 30% ਚਿੰਤਾਵਾਂ ਵਾ ਭੂਤਕਾਲ ਦੀਆਂ, ਕਈ ਵਾਰ ਕੋਈ ਸਮਾਂ ਬੀਤ ਗਿਆ ਹੁੰਦਾ, ਜਿਹੜਾ ਲੰਘ ਗਿਆ ਸਮਾਂ, ਉਸ ਦੇ ਬਾਰੇ ਵਿੱਚ ਸੋਚ ਸੋਚ ਕੇ ਅਸੀਂ ਚਿੰਤਿਤ ਹੁੰਦੇ ਰਹਿੰਦੇ ਹਾਂ। ਵੇਖੋ ਬੱਚਿਓ, ਜੋ ਸਮਾਂ ਲੰਘ ਗਿਆ ਉਸ ਨੇ ਦੁਬਾਰਾ ਨਹੀਂ ਆਉਣਾ, ਅਤੇ ਕਿਉਂ ਅਸੀਂ ਆਪਣਾ ਅੱਜ ਉਸ ਬੀਤੇ ਹੋਏ ਸਮੇਂ ਦੀ ਚਿੰਤਾ ਲਾ ਕੇ ਖਰਾਬ ਕਰੀਏ। ਇਸ ਦੇ ਨਾਲ ਸਾਡਾ ਜਿਹੜਾ ਅੱਜ ਆ ਉਹ ਵੀ ਚਿੰਤਾ ਭਰਪੂਰ ਹੋ ਜਾਏਗਾ, ਅਤੇ ਜਿਹੜਾ ਸਾਡਾ ਬੀਤਿਆ ਸੀ ਉਹ ਤਾਂ ਹੈ ਹੀ ਚਿੰਤਾ ਵਾਲਾ ਸੀ, ਅਤੇ ਅਸੀਂ ਅੱਜ ਨੂੰ ਕਿਉਂ ਖਰਾਬ ਕਰੀਏ। ਅਜਿਹੀਆਂ ਬੇਕਾਰ ਚਿੰਤਾਵਾਂ ਤੋਂ ਮੁਕਤ ਰਹਿਣਾ ਚਾਹੀਦਾ। ਅਤੇ 12% ਚਿੰਤਾਵਾਂ ਨਿੰਦਿਆ ਕਰਨ ਨਾਲ, ਕਈ ਵਾਰ ਅਸੀਂ ਈਰਖਾ ਜਾਂ ਕਿਸੇ ਦੀ ਨਿੰਦਿਆ ਕਰਕੇ ਇਹ ਆਪੇ ਪੈਦਾ ਕਰ ਲੈਂਦੇ ਹਾਂ। ਕਦੇ ਵੀ ਈਰਖਾ ਕਰਕੇ ਚਿੰਤਾ ਵਿੱਚ ਨਹੀਂ ਰਹਿਣਾ ਚਾਹੀਦਾ।
ਠੀਕ ਆ, ਮਿਹਨਤ ਕਰੋ ਅਤੇ ਉਸ ਜਗ੍ਹਾ ਦੇ ਉੱਤੇ ਤੁਸੀਂ ਵੀ ਪਹੁੰਚੋ ਜਿਸ ਵਾਸਤੇ ਤੁਸੀਂ ਈਰਖਾ ਕਰ ਰਹੇ ਜੀ ਜਾਂ ਨਿੰਦਿਆ ਕਰ ਰਹੇ ਜੀ। ਇਸ ਦੇ ਨਾਲ ਤੁਹਾਡਾ ਮਨ ਜਿਹੜਾ ਵਾ ਚਿੰਤਤ ਹੁੰਦਾ। ਨਿੰਦਿਆ ਅਤੇ ਈਰਖਾ ਨੂੰ ਛੱਡ ਕੇ ਹਿੰਮਤ ਅਤੇ ਮਿਹਨਤ ਨੂੰ ਅਪਣਾਉਣਾ ਜ਼ਰੂਰੀ ਹੈ। ਇਸੇ ਤਰ੍ਹਾਂ 11% ਚਿੰਤਾਵਾਂ ਜਿਹੜੀਆਂ ਵਾ ਉਹ ਸਿਹਤ ਸੰਬੰਧੀ। ਸਿਹਤ ਜਿਹੜੀ ਆ, ਇਸ ਦੇ ਸਰੀਰਕ ਦੁੱਖਾਂ ਦੀ ਕਹਾਣੀ ਦੁਹਰਾਏ ਜਾਣ ਤੋਂ ਪੈਦਾ ਹੋਈ ਚਿੰਤਾ ਇਸ ਖੇਤਰ ਵਿੱਚ ਆਉਂਦੀ ਹੈ। ਕਈ ਵਾਰ ਸਾਨੂੰ ਸਿਹਤ ਦੀ ਮੁਸ਼ਕਲ ਵੀ ਨਹੀਂ ਹੁੰਦੀ, ਪਰ ਅਸੀਂ ਬੇਮਤਲਬ ਵਹਿਮ ਕਰਕੇ, ਚਿੰਤਾ ਕਰਕੇ ਉਸ ਨੂੰ ਸੱਚਮੁੱਚ ਹੀ ਪੈਦਾ ਕਰ ਲੈਂਦੇ ਹਾਂ। ਅਜਿਹੀਆਂ ਚਿੰਤਾਵਾਂ ਮਨ ਦੇ ਵਿੱਚ ਨਹੀਂ ਹੋਣੀਆਂ ਚਾਹੀਦੀਆਂ। ਕਈ ਬੱਚੇ ਅਜਿਹੇ ਹੁੰਦੇ ਆ ਜਾਂ ਕਈ ਲੋਕ ਅਜਿਹੇ ਹੁੰਦੇ ਆ ਜਿਨ੍ਹਾਂ ਨੂੰ ਕੋਈ ਨੁਕਸ ਨਹੀਂ ਹੁੰਦਾ, ਪਰ ਉਹ ਚਿੰਤਾ ਜਿਹੜੀ ਆ ਕਰਦੇ ਰਹਿੰਦੇ ਕਿ ਮੈਨੂੰ ਇਹ ਨੁਕਸ ਨਾ ਹੋਵੇ, ਮੈਨੂੰ ਉਹ ਨੁਕਸ ਨਾ ਹੋਵੇ, ਅਤੇ ਇਸ ਚਿੰਤਾ ਦੇ ਵਿੱਚ ਹੀ ਉਹ ਪਰੇਸ਼ਾਨ ਰਹਿੰਦੇ ਆ ਅਤੇ ਆਪਣੀ ਜ਼ਿੰਦਗੀ ਵੀ ਵੀਰਾਨ ਕਰ ਲੈਂਦੇ। ਇਸੇ ਤਰ੍ਹਾਂ ਇੱਕ ਵਿਅਕਤੀ ਸੀ ਜਿਸ ਨੂੰ ਕੋਈ ਬਿਮਾਰੀ ਨਹੀਂ ਸੀ, ਕੋਈ ਉਸ ਨੂੰ ਨੁਕਸ ਨਹੀਂ ਸੀ, ਸਿਰਫ ਉਹ ਲੇਟਿਆ ਰਹਿੰਦਾ ਸੀ ਇਸੇ ਫਿਕਰ ਵਿੱਚ ਕਿ ਮੈਨੂੰ ਪਤਾ ਨਹੀਂ ਕੀ ਨੁਕਸ ਵਾ, ਮੇਰਾ ਸਰੀਰ ਤਾਕਤ ਨਹੀਂ ਆ ਰਹੀ, ਮੈਨੂੰ ਕਮਜ਼ੋਰੀ ਮਹਿਸੂਸ ਹੋ ਰਹੀ ਹੈ, ਅਤੇ ਇਸੇ ਚਿੰਤਾ ਦੇ ਨਾਲ ਹੀ ਉਹ ਬਿਮਾਰ ਰਹਿਣ ਲੱਗ ਗਿਆ। ਅਜਿਹੀਆਂ ਜਿਹੜੀਆਂ ਚਿੰਤਾਵਾਂ ਵਾ ਉਹਨਾਂ ਤੋਂ ਮੁਕਤ ਹੋ ਕੇ ਅਤੇ ਵਹਿਮ ਨੂੰ ਛੱਡ ਕੇ ਆਪਣੀ ਜ਼ਿੰਦਗੀ ਨੂੰ ਅੱਗੇ ਵਧਾਉਣਾ ਚਾਹੀਦਾ। 8% ਚਿੰਤਾਵਾਂ ਜਿਹੜੀਆਂ ਵਾ ਸਹੀ ਆ, ਸਾਰਥਿਕ ਆ। ਇਹ ਉਹ ਚਿੰਤਾਵਾਂ ਹਨ ਜੋ ਕਰਨੀਆਂ ਬਣਦੀਆਂ ਹਨ, ਪਰ ਉਹਨਾਂ ਨੂੰ ਵੀ ਬਾਰ-ਬਾਰ ਦੁਹਰਾਉਣਾ ਨਹੀਂ ਚਾਹੀਦਾ। ਚਿੰਤਾਵਾਂ ਦਾ ਕੋਈ ਆਧਾਰ ਨਹੀਂ, ਕੇਵਲ ਸਮੇਂ, ਊਰਜਾ ਅਤੇ ਸਿਹਤ ਦੀ ਬਰਬਾਦੀ ਹੈ। ਜਦੋਂ ਅਸੀਂ ਆਪਣੀ ਮਨ ਦੀ ਦ੍ਰਿੜਤਾ ਨਾਲ ਇਹਨਾਂ ਨੂੰ ਆਪਣੇ ਸੁਭਾਅ ਵਿੱਚੋਂ ਕੱਢ ਦਿੱਤਾ, ਅਸੀਂ ਚਿੰਤਾ ਮੁਕਤ ਹੋ ਕੇ ਜਿਉਣਾ ਸ਼ੁਰੂ ਕਰ ਦਿੱਤਾ, ਤਾਂ ਅਸੀਂ ਗੁੱਸੇ ਨੂੰ ਵੀ ਆਸਾਨੀ ਨਾਲ ਆਪਣੀ ਜ਼ਿੰਦਗੀ ਵਿੱਚੋਂ ਕੱਢ ਸਕਦੇ ਹਾਂ। ਇੱਕ ਲੋੜਵੰਦ ਅਤੇ ਭਵਿੱਖ ਦੇ ਲਈ ਜਾਗਰਤ ਬੱਚਾ, ਜਿਸ ਨੂੰ ਕਿ ਸਕੂਲ ਵਿੱਚੋਂ ਛੁੱਟੀਆਂ ਹੋਈਆਂ ਹਨ ਅਤੇ ਉਹ ਸੋਚਦਾ ਕਿ ਮੈਂ ਨਾਲੇ ਤਾਂ ਮੇਰਾ ਖਰਚਾ ਨਿਕਲ ਆਵੇਗਾ ਅਤੇ ਨਾਲੇ ਮੈਨੂੰ ਕਿਸੇ ਕੰਮ ਦਾ ਪਤਾ ਲੱਗ ਜਾਵੇਗਾ। ਨੌਕਰੀ ਲਈ ਸੋਚਦਾ ਅਤੇ ਆਪਣੇ ਹੀ ਸ਼ਹਿਰ ਦੇ ਇੱਕ ਹੋਟਲ ਵਿੱਚ ਜਾਣ ਦੇ ਵਾਸਤੇ ਸੋਚਦਾ ਅਤੇ ਜਾਂਦਾ ਇੱਕ ਵੇਟਰ ਦੀ ਨੌਕਰੀ ਵਾਸਤੇ। ਜਦੋਂ ਉੱਥੇ ਜਾਂਦਾ ਅਤੇ ਉਹ ਦੇਖਦਾ ਕਿ ਉਸ ਨੌਕਰੀ ਦੇ ਵਾਸਤੇ 20-25 ਨੌਜਵਾਨ ਪਹਿਲਾਂ ਹੀ ਬੈਠੇ ਹੁੰਦੇ ਆ ਇੰਟਰਵਿਊ ਵਾਸਤੇ। ਇੱਥੇ ਤਾਂ ਬੜੇ ਸਾਰੇ ਲੋਕ ਆਏ ਇੰਟਰਵਿਊ ਦੇਣ। ਸਤਿ ਸ਼੍ਰੀ ਅਕਾਲ ਮੈਮ, ਇੱਕ ਪੇਜ ਦੀ ਸਲਿੱਪ ਮਿਲੂਗੀ ਪਲੀਜ਼? ਯੈਸ। मैम ये स्लिप प्लीज मैनेजर तक पहुंचा देना। ਓਕੇ, थैंक यू मैम। मैं एक इंटरव्यू देने वाला था, अगली स्लिप दे के गया। ਸਲਿੱਪ ਬੁਲਾਓ ਉਸ ਨੂੰ ਅੰਦਰ ਇੰਟਰਵਿਊ ਵਾਸਤੇ। ਲੱਗਦਾ ਏ ਇਸ ਨੌਕਰੀ ਲਈ ਇਹੋ ਨੌਜਵਾਨ ਚੁਣੋਗੇ। ਬੱਚਿਓ, ਤੁਸੀਂ ਇਹ ਸੋਚ ਰਹੇ ਹੋਗੇ ਕਿ ਉਸ ਸਲਿੱਪ ਦੇ ਉੱਤੇ ਕੀ ਸੀ ਇਹੋ ਜਿਹਾ ਲਿਖਿਆ ਜਿਹੜਾ ਕਿ ਮੈਨੇਜਰ ਨੇ ਉਸੇ ਵੇਲੇ ਉਹਨੂੰ ਨੌਕਰੀ ਦੇ ਦੇਣ ਦਾ ਫੈਸਲਾ ਲੈ ਲਿਆ। ਕੋਈ ਦੱਸ ਸਕਦਾ ਬੱਚਾ? ਹਾਂਜੀ ਬੇਟਾ ਦੱਸੋ। उसने लिखा होगा कि मैनू जल्दी जाना है, मेरी इंटरव्यू पहला लेती जावे। ਹਾਂਜੀ, ਹੋਰ ਦੱਸੇਗਾ? ਹਾਂਜੀ ਬੇਟਾ ਦੱਸੋ। उसने लिखा होगा कि मैनू पैसे की लोड़ है, मैनू नौकरी दी जावे।
ਉਸ ਕਾਗਜ਼ ਦੇ ਉੱਤੇ ਬੱਚਿਓ ਲਿਖਿਆ ਹੋਇਆ ਸੀ ਕਿ ਜਦ ਤੱਕ ਮੇਰਾ ਨੰਬਰ ਨਹੀਂ ਆ ਜਾਂਦਾ ਕੋਈ ਫੈਸਲਾ ਨਾ ਲਿਆ ਜਾਵੇ। ਇਸ ਦੇ ਵਿੱਚ ਉਹਨੇ ਇਸ ਕਰਕੇ ਲਿਖਿਆ ਸੀ ਕਿ ਉਨੀ ਦੇਰ ਤੱਕ ਕੋਈ ਵੀ ਫੈਸਲਾ ਨਾ ਲਿਆ ਜਾਵੇ ਜਿੰਨੀ ਦੇਰ ਤੱਕ ਮੇਰਾ ਨੰਬਰ ਨਹੀਂ ਆ ਜਾਂਦਾ। ਉਹਨੂੰ ਇੰਨਾ ਆਤਮ ਵਿਸ਼ਵਾਸ ਸੀ ਆਪਣੇ ਆਪ 'ਤੇ ਕਿ ਇਹ ਨੌਕਰੀ ਸਿਰਫ ਮੇਰੇ ਹੀ ਵਾਸਤੇ ਹੈ। ਇਸ ਕਰਕੇ ਉਸਨੇ ਜਿਹੜਾ ਵਾ ਕਾਊਂਟਰ ਦੇ ਉੱਤੇ ਲੜਕੀ ਨੂੰ ਇਹ ਕਿਹਾ ਸੀ ਕਿ ਉਨੀ ਦੇਰ ਤੱਕ ਕੋਈ ਫੈਸਲਾ ਨਾ ਲਿਆ ਜਾਵੇ। ਇਹ ਜਿਹੜੀ ਸਲਿੱਪ ਵਾ ਮੈਨੇਜਰ ਸਾਹਿਬ ਨੂੰ ਪਹੁੰਚਾ ਦਿੱਤੀ ਜਾਵੇ। ਤੁਸੀਂ ਉਸ ਨੌਜਵਾਨ ਨੂੰ ਕਿਉਂ ਸਿਲੈਕਟ ਕੀਤਾ? ਕਮਾਲ ਦਾ ਉਤਸ਼ਾਹ ਤੇ ਆਤਮ ਵਿਸ਼ਵਾਸ ਹੈ ਉਸ ਬੱਚੇ ਵਿੱਚ। ਉਹ ਆਪਣੇ ਅੰਦਰ ਇਸ ਤਰ੍ਹਾਂ ਸਮਝਦਾ ਹੈ ਕਿ ਉਹੀ ਯੋਗ ਉਮੀਦਵਾਰ ਹੈ ਇਸ ਅਹੁਦੇ ਵਾਸਤੇ। ਜਿੰਨੀ ਦੇਰ ਤੱਕ ਉਸ ਦੀ ਇੰਟਰਵਿਊ ਨਹੀਂ ਹੁੰਦੀ ਕੋਈ ਵੀ ਫੈਸਲਾ ਨਾ ਲਿਆ ਜਾਵੇ। ਇਹ ਉਸ ਦਾ ਆਤਮ ਵਿਸ਼ਵਾਸ ਹੈ। ਦੂਸਰੀ ਕਿਰਿਆ ਪ੍ਰੇਰਨਾ, ਉਮੰਗ ਅਤੇ ਉਤਸ਼ਾਹ ਇਹ ਮਨ ਦੀਆਂ ਅੰਦਰੂਨੀ ਸਥਿਤੀਆਂ ਹਨ ਜਿਨ੍ਹਾਂ ਦਾ ਬਾਹਰੀ ਪ੍ਰਸਥਿਤੀਆਂ, ਬਾਹਰੀ ਵਿਅਕਤੀਆਂ ਤੇ ਬਾਹਰੀ ਵਸਤਾਂ ਨਾਲ ਇਹੋ ਜਿਹਾ ਸੰਬੰਧ ਨਹੀਂ ਹੁੰਦਾ ਕਿ ਉਹੀ ਸਾਡੀ ਪ੍ਰੇਰਨਾ ਸ਼ਕਤੀ ਨੂੰ ਨਕਾਰਾਤਮਕ ਬਣਾ ਕੇ ਤਣਾਅ ਪੈਦਾ ਕਰਨ। ਉਹ ਵਿਦਿਆਰਥੀ ਹੋਟਲ ਪਹੁੰਚਦਿਆਂ ਹੀ ਪਹਿਲਾਂ ਬੈਠੇ ਨੌਜਵਾਨਾਂ ਤੇ ਮੁਟਿਆਰਾਂ ਨੂੰ ਵੇਖ ਕੇ ਡੋਲਿਆ ਨਹੀਂ। ਉਸਨੇ ਇਹ ਸੋਚਿਆ ਕਿ ਉਹ ਉਹਨਾਂ ਨੌਜਵਾਨਾਂ ਤੇ ਮੁਟਿਆਰਾਂ ਤੋਂ ਬਿਹਤਰ ਨਹੀਂ ਹੈ, ਸਗੋਂ ਉਸਨੇ ਉਤਸ਼ਾਹ ਦਾ ਮੁਜ਼ਾਹਰਾ ਕਰਦੇ ਹੋਏ ਇੰਟਰਵਿਊ ਲੈਣ ਵਾਲੇ ਅਧਿਕਾਰੀ ਤੱਕ ਆਪਣਾ ਸਾਰਥਿਕ ਸੋਚ ਪ੍ਰਗਟਾਈ। ਇਹ ਜਿਹੜੀ ਕਹਾਣੀ ਆ ਇਸ ਤੋਂ ਇਸ ਪ੍ਰਣ ਤੇ ਪੁੱਜਿਆ ਜਾ ਸਕਦਾ ਹੈ ਕਿ ਪ੍ਰਸਥਿਤੀਆਂ ਭਾਵੇਂ ਕਿੰਨੀਆਂ ਵੀ ਗੰਭੀਰ ਹੋਣ ਅਤੇ ਰਾਹ ਕਿੰਨੇ ਵੀ ਮੁਸ਼ਕਲ ਹੋਣ, ਜੋ ਸਾਡੇ ਮਨ ਦੀ ਸਥਿਤੀ ਅਡੋਲ, ਉਤਸ਼ਾਹ ਭਰਪੂਰ ਅਤੇ ਆਤਮ ਵਿਸ਼ਵਾਸੀ ਹੈ ਤਾਂ ਅਸੀਂ ਚਿੰਤਾ ਤੋਂ ਮੁਕਤ ਰਹਿ ਸਕਾਂਗੇ। ਪਿਆਰੇ ਬੱਚਿਓ, ਇਸ ਆਤਮ ਵਿਸ਼ਵਾਸ ਦੀ ਭਾਵਨਾ ਨੂੰ ਸਪਸ਼ਟ ਕਰਨ ਦੇ ਲਈ ਅੱਜ ਅਸੀਂ ਕਿਰਿਆ ਕਰਦੇ ਹਾਂ। ਤੀਸਰੀ ਕਿਰਿਆ ਜਿਹੜੀ ਤੀਜੇ ਵਾਰ ਅਸੀਂ ਕਰਕੇ ਤੁਹਾਡੇ ਵਿੱਚ ਇਹ ਗੱਲ ਨੂੰ ਸਪਸ਼ਟ ਕਰਨਾ ਹੈ ਕਿ ਆਤਮ ਵਿਸ਼ਵਾਸ ਆਪਣੇ ਵਿੱਚ ਹੋਵੇ ਤਾਂ ਹਰ ਕੰਮ ਸੰਭਵ ਹੈ। ਇਸ ਦੇ ਵਾਸਤੇ ਸਾਡੇ ਕੋਲ ਕੋਈ ਸਮੱਗਰੀ ਆ, ਆਲੂ ਤੇ ਸਟਰਾ। ਇਸ ਦੇ ਨਾਲ ਅਸੀਂ ਇੱਕ ਕਿਰਿਆ ਕਰਦੇ ਹਾਂ। ਇਸ ਆਲੂ ਤੇ ਸਟਰਾ ਦੇ ਨਾਲ ਤੁਸੀਂ ਇੱਕ ਕਿਰਿਆ ਕਰੋਗੇ ਜਿਸ ਦੇ ਨਾਲ ਕਿ ਬੱਚਾ ਜਿਹੜਾ ਵਾ ਆਲੂ ਦੇ ਵਿੱਚ ਸਟਰਾ ਲੰਘਾ ਸਕਦਾ। ਹਾਂਜੀ ਬੱਚਿਓ, ਹਰਮਤ ਜੀ ਤੁਸੀਂ ਆਓ। ਹਾਂਜੀ ਬੱਚੇ, ਤੁਸੀਂ ਇਹ ਆਲੂ ਦੇ ਵਿੱਚ ਸਟਰਾ ਲੰਘਾ ਸਕਦੇ ਹੋ? ਹਾਂਜੀ ਮੈਂ ਕਰ ਸਕਦਾ। ਇਹ ਜੇ ਕਹਿ ਰਿਹਾ ਵਾ ਕਿ ਮੈਂ ਲੰਘਾ ਸਕਦਾ, ਕੀ ਇਹ ਆਲੂ ਦੇ ਵਿੱਚੋਂ ਸਟਰਾ ਲੰਘਾ ਸਕਦਾ? ਨਹੀਂ ਜੀ। ਹਾਂਜੀ ਬੱਚੇ, ਤੁਸੀਂ ਕਰਕੇ ਦੇਖੋ ਕਿ ਤੁਸੀਂ ਇਹ ਸਟਰਾ ਲੰਘਾ ਸਕਦੇ। ਹਾਂਜੀ ਬੱਚੇ, ਕੋਸ਼ਿਸ਼ ਕਰੋ ਫਿਰ। ਗੁੱਡ। ਵੇਖੋ, ਇਹ ਆਤਮ ਵਿਸ਼ਵਾਸ। ਜੇਕਰ ਤੁਸੀਂ ਵਿਸ਼ਵਾਸ ਦੇ ਨਾਲ ਕੰਮ ਵਿੱਚ ਜੁਟੇ ਰਹੇ ਤੇ ਕਾਮਯਾਬੀ ਮਿਲ ਗਈ। ਅਸੀਂ ਬੱਚੇ ਕੋਲੋਂ ਕਿਰਿਆ ਕਰਵਾਈ। ਉਸ ਬੱਚੇ ਦੇ ਮਨੋਬਲ ਨੂੰ ਵੇਖਣ ਵਾਸਤੇ ਕਿ ਕੀ ਉਹ ਆਪਣੇ ਮਨੋਬਲ ਨੂੰ ਮਜ਼ਬੂਤੀ ਦੇ ਨਾਲ ਉਸ ਕਾਰਜ ਦੇ ਵਿੱਚ ਕਾਮਯਾਬ ਹੋ ਸਕਦਾ। ਕਾਰਜ ਕੀ ਸੀ? ਆਲੂ ਦੇ ਵਿੱਚੋਂ ਸਟਰਾ ਨੂੰ ਲੰਘਾਉਣਾ ਸੀ। ਪਹਿਲਾਂ ਤਾਂ ਬੱਚਾ ਘਬਰਾਇਆ ਕਿ ਇਸ ਆਲੂ ਦੇ ਵਿੱਚੋਂ ਮੈਂ ਸਟਰਾ ਨਹੀਂ ਲੰਘਾ ਸਕਦਾ, ਪਰ ਫਿਰ ਉਸਨੇ ਆਪਣੇ ਅੰਦਰ ਦੇ ਬਲ ਨੂੰ ਮਜ਼ਬੂਤ ਕੀਤਾ, ਆਪਣੇ ਚਿੰਤਾ ਨੂੰ ਛੱਡਿਆ ਤੇ ਮਜ਼ਬੂਤੀ ਦੇ ਨਾਲ ਉਸ ਦੇ ਵਿੱਚ ਸਟਰਾ ਨੂੰ ਲੰਘਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਜਦੋਂ ਉਸਨੇ ਦੁਬਾਰਾ ਕੋਸ਼ਿਸ਼ ਕੀਤੀ ਤਾਂ ਉਹ ਇਸ ਕੋਸ਼ਿਸ਼ ਵਿੱਚ ਸਫਲ ਹੋ ਗਿਆ। ਇਸ ਤਰ੍ਹਾਂ ਸਫਲਤਾ ਦੀ ਜਿਹੜੀ ਖੁਸ਼ੀ ਸੀ ਉਹ ਉਸਦੇ ਦੋਸਤਾਂ ਨੇ ਉਸ ਨਾਲ ਸਾਂਝੀ ਕੀਤੀ ਤੇ ਸਾਰੇ ਬੱਚੇ ਬਹੁਤ ਖੁਸ਼ ਹੋਏ ਉਸ ਬੱਚੇ ਦੀ ਕਾਮਯਾਬੀ ਦੇ ਵਿੱਚ।
ਜਿਹੜਾ ਕਿ ਕੋਸ਼ਿਸ਼ ਕਰਨ ਦੇ ਨਾਲ ਕਾਮਯਾਬ ਹੋਇਆ ਆਪਣੇ ਮਕਸਦ ਦੇ ਵਿੱਚ। ਇਸ ਤਰ੍ਹਾਂ ਸਾਡੇ ਕੋਲ 4 ਪੱਖ ਸਾਹਮਣੇ ਆਏ। ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਖੇਡ ਕੁੱਦ ਕਿਰਿਆ, ਜਿਹਨੂੰ ਅਸੀਂ ਫਨ ਕਹਿੰਦੇ ਹਾਂ, ਵੀ ਫਨ ਦੇ ਰਾਹੀਂ ਕੁਝ ਕਿਰਿਆ ਨੂੰ ਕਰਨਾ। ਪ੍ਰਕਿਰਿਆ, ਪ੍ਰੋਸੈਸ। ਤੀਜਾ ਪ੍ਰੇਰਨਾ, ਮੋਟੀਵੇਸ਼ਨ। ਅਤੇ ਫਿਰ ਅਖੀਰ ਦੇ ਉੱਤੇ ਸਿੱਟਾ ਕੀ ਨਿਕਲਿਆ। ਸਭ ਤੋਂ ਪਹਿਲਾਂ ਖੇਡ ਕੁੱਦ ਕਿਰਿਆ। ਇਹ ਇੱਕ ਖੇਡ ਕੁੱਦ ਕਿਰਿਆ ਜਿਹੜੀ ਸੀਗੀ ਉਹ ਅਸੀਂ ਕੀਤੀ। ਇਹ ਗੱਲ ਸਹੀ ਹੈ ਕਿ ਕਿਸੇ ਵੀ ਕੰਮ ਨੂੰ ਕਰਨ ਦੇ ਆਰੰਭ ਵਿੱਚ ਜੇ ਤਣਾਅ ਜਾਂ ਚਿੰਤਾ ਹੋਵੇ ਵੀ ਤਾਂ ਮਨ ਦੀ ਮਜ਼ਬੂਤ ਸ਼ਕਤੀ, ਸਬਰ ਅਤੇ ਹਿੰਮਤ ਨਾਲ ਕਾਰਜ ਮੁਕੰਮਲ ਹੋ ਜਾਂਦਾ। ਜੇਕਰ ਅਸੀਂ ਆਪਣੇ ਅੰਦਰ ਦੇ ਆਪਣੀ ਜਿਹੜੇ ਆਤਮਾਵਾਂ ਜਾਂ ਮਨ ਵਾ ਉਸ ਨੂੰ ਮਜ਼ਬੂਤ ਨਹੀਂ ਕਰਾਂਗੇ ਅਤੇ ਅਸੀਂ ਉਸ ਚਿੰਤਾ ਦੇ ਵਿੱਚ ਮਗਨ ਹੋ ਜਾਵਾਂਗੇ ਤਾਂ ਉਹ ਜਿਹੜਾ ਅਸੀਂ ਕਿਰਿਆ ਕਰ ਰਹੇ ਹਾਂ ਖੇਡ ਕੁੱਦ ਦੇ ਰਾਹੀਂ, ਫਨ ਰਾਹੀਂ, ਉਹਦੇ ਵਿੱਚ ਅਸੀਂ ਸਫਲਤਾ ਹਾਸਲ ਨਹੀਂ ਕਰ ਸਕਾਂਗੇ। ਦੂਜੀ ਇਸ ਦੇ ਗੱਲ ਵਿੱਚ ਕੀਤੀ ਅਸੀਂ ਸਬਰ ਦੀ। ਸਬਰ, ਸਹਿਣਸ਼ੀਲਤਾ ਬਹੁਤ ਜ਼ਰੂਰੀ ਆ ਹਰ ਇੱਕ ਕੰਮ ਨੂੰ ਕਰਨ ਦੇ ਵਾਸਤੇ। ਅਤੇ ਤੀਜੀ ਗੱਲ ਆ ਹਿੰਮਤ। ਜੇ ਸਾਡੇ ਵਿੱਚ ਸਬਰ ਵੀ ਆ, ਅੰਦਰ ਦੇ ਮਨ ਦੀ ਸ਼ਕਤੀ ਵੀ ਆ, ਪਰ ਅਸੀਂ ਹਿੰਮਤ ਹੀ ਨਹੀਂ ਕਰਦੇ, ਕੋਸ਼ਿਸ਼ ਹੀ ਨਹੀਂ ਕਰਦੇ ਉਸ ਕੰਮ ਦੇ ਲਈ, ਤਾਂ ਫਿਰ ਸਾਨੂੰ ਸਫਲਤਾ ਨਹੀਂ ਮਿਲੇਗੀ। ਇਹਨਾਂ ਤਿੰਨਾਂ ਚੀਜ਼ਾਂ ਨੂੰ ਆਪਣੇ ਮਨ ਦੇ ਵਿੱਚ ਬਣਾ ਕੇ, ਮਜ਼ਬੂਤ ਕਰਕੇ ਫਿਰ ਅਸੀਂ ਮਨਚਾਹੀ ਸਫਲਤਾ ਪ੍ਰਾਪਤ ਕਰ ਸਕਦੇ ਹਾਂ। ਦੂਜੀ ਗੱਲ ਅਸੀਂ ਕੀਤੀ ਆ ਪ੍ਰਕਿਰਿਆ ਦੀ। ਕੁਝ ਵਿਦਿਆਰਥੀਆਂ ਨੇ ਇੱਕੋ ਝਟਕੇ ਨਾਲ ਸਖਤ ਸਟਰਾ ਨੂੰ ਆਲੂ ਵਿੱਚੋਂ ਲੰਘਾਉਣਾ ਚਾਹਿਆ। ਇੱਕੋ ਝਟਕਾ ਜ਼ੋਰ ਨਾਲ ਲਾ ਕੇ ਉਸ ਦੇ ਵਿੱਚੋਂ ਲੰਘਾਉਣਾ ਚਾਹਿਆ, ਪਰ ਉਹ ਉਸ ਵਿੱਚ ਸਫਲ ਨਹੀਂ ਹੋਏ। ਇਸ ਤੋਂ ਭਾਵ ਹੈ ਕਿ ਅਧਿਆਪਕ ਅਤੇ ਮਾਪਿਆਂ ਦੋਵਾਂ ਵੱਲੋਂ ਦਿੱਤੀਆਂ ਹੋਈਆਂ ਨਸੀਹਤਾਂ ਨੂੰ ਚੰਗੀ ਤਰ੍ਹਾਂ ਸਮਝਣ, ਸਿੱਖਣ ਅਤੇ ਮੰਨਣ ਤੋਂ ਬਿਨਾਂ ਸਹੀ ਨਤੀਜੇ ਨਹੀਂ ਪ੍ਰਾਪਤ ਕੀਤੇ ਜਾ ਸਕਦੇ। ਵੇਖੋ ਬੱਚਿਓ, ਇਹਦੇ ਵਿੱਚ ਇਸ ਜਿਹੜੀ ਕਿਰਿਆ ਕੀਤੀ ਆ, ਇਸ ਦੇ ਵਿੱਚੋਂ 3 ਗੱਲਾਂ ਸਾਡੇ ਸਾਹਮਣੇ ਆਈਆਂ ਕਿ ਅਧਿਆਪਕ ਦੀਆਂ ਗੱਲਾਂ ਜਿਹੜੀਆਂ ਕਿ ਰੋਜ਼ਾਨਾ ਅਧਿਆਪਕ ਤੁਹਾਨੂੰ ਵੱਖਰੇ ਵੱਖਰੇ ਸਮੇਂ 'ਤੇ ਦੱਸਦੇ ਰਹਿੰਦੇ ਆ, ਤੁਹਾਡੀ ਜ਼ਿੰਦਗੀ ਦਾ ਮਾਰਗਦਰਸ਼ਨ ਕਰਨ ਵਾਸਤੇ, ਤੁਹਾਨੂੰ ਸਹੀ ਰਾਹ ਦਿਖਾਉਣ ਵਾਸਤੇ। ਉਹ ਕਈ ਤਰੀਕੇ ਅਪਣਾਉਂਦੇ ਆ ਜਿਸ ਦੇ ਨਾਲ ਤੁਹਾਨੂੰ ਕਿ ਆਪਣੀ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਤੁਸੀਂ ਵਿਚਰਨਾ, ਤੁਹਾਡੀ ਜ਼ਿੰਦਗੀ ਦੇ ਵਿੱਚ ਕਿਹੜੀ ਰਾਹ ਸਹੀ ਹੈ, ਕਿਉਂਕਿ ਉਹਨਾਂ ਨੂੰ ਤਜਰਬਾ ਜ਼ਿੰਦਗੀ ਦਾ। ਅਤੇ ਬੱਚੇ ਨੂੰ ਪੜ੍ਹਾਈ ਰਾਹੀਂ ਅੱਗੇ ਵਧਾਉਣ ਦਾ, ਜੇਕਰ ਤੁਸੀਂ ਉਹਨਾਂ ਨਸੀਹਤਾਂ ਨੂੰ ਨਾਲ ਲੈ ਕੇ ਚੱਲੋਗੇ। ਦੂਜੀ ਗੱਲ ਮਾਪੇ, ਜੋ ਕਿ ਹਮੇਸ਼ਾ ਹੀ ਬੱਚੇ ਦਾ ਭਲਾ ਚਾਹੁੰਦੇ ਆ, ਉਹਨਾਂ ਦੀਆਂ ਦੱਸੀਆਂ ਗੱਲਾਂ ਨੂੰ ਸਮਝ ਕੇ ਆਪਣੇ ਮਨ 'ਚ ਬਿਠਾ ਕੇ ਸਿੱਖੋਗੇ, ਮੰਨੋਗੇ ਤਾਂ ਤੁਸੀਂ ਨਤੀਜੇ ਵਧੀਆ ਪ੍ਰਾਪਤ ਕਰੋਗੇ। ਜੇਕਰ ਤੁਸੀਂ ਉਹਨਾਂ ਗੱਲਾਂ ਨੂੰ ਅਣਗੌਲਿਆਂ ਕਰੋਗੇ, ਅਧਿਆਪਕ ਅਤੇ ਮਾਪਿਆਂ ਦੀਆਂ ਗੱਲਾਂ ਨੂੰ, ਅਤੇ ਤੁਹਾਨੂੰ ਬਹੁਤ ਮੁਸ਼ਕਲਾਂ, ਅੜਚਣਾਂ ਆਉਣਗੀਆਂ ਅਤੇ ਸਫਲਤਾ ਵਿੱਚ ਵੀ ਮੁਸ਼ਕਲ ਆਏਗੀ। ਤੀਜੀ ਗੱਲ ਅਸੀਂ ਕੀਤੀ ਆ ਪ੍ਰੇਰਨਾ ਦੀ।
ਮੋਟੀਵੇਸ਼ਨ ਦੀ। ਜੇਕਰ ਅਸੀਂ ਇਸ ਕਿਰਿਆ ਦੀ ਗੱਲ ਕਰੀਏ, ਇਸ ਦੇ ਵਿੱਚ ਅਧਿਆਪਕ ਨੇ ਕੀ ਕੀਤਾ ਕਿ ਜਿਹੜਾ ਬੱਚਾ ਕਲਾਸ ਦੇ ਵਿੱਚ ਚੁੱਪ ਕਰਕੇ ਬੈਠਾ ਰਹਿੰਦਾ, ਉਸ ਦੇ ਅੰਦਰਲੇ ਜਿਹੜਾ ਸਬਰ ਸੀ, ਸੰਤੋਖ, ਦੋਵਾਂ ਗੁਣਾਂ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ। ਅਜਿਹਾ ਉਹਨੂੰ ਕੰਮ ਦਿੱਤਾ ਕਿ ਜਿਸ ਤਰ੍ਹਾਂ ਉਸ ਦੇ ਵਿੱਚ ਉਹ ਪ੍ਰੇਰਨਾ ਆਵੇ, ਉਹ ਮੋਟੀਵੇਸ਼ਨ ਸ਼ਕਤੀ ਆਵੇ ਜਿਹੜੀ ਕਿ ਉਸ ਦੇ ਚੁੱਪ ਦੇ ਥੱਲੇ ਦੱਬੀ ਹੋਈ ਹੈ। ਇਸੇ ਤਰ੍ਹਾਂ ਹੀ ਬੱਚਿਓ, ਇਸ ਉਦਾਹਰਨ ਦੇ ਨਾਲ ਅਸੀਂ ਜ਼ਿੰਦਗੀ ਦੇ ਵਿੱਚ ਹੌਸਲਾ ਅਤੇ ਪ੍ਰੇਰਨਾ ਲੈ ਕੇ ਚੱਲਾਂਗੇ ਤਾਂ ਜਿਹੜਾ ਕੰਮ ਅਸੰਭਵ ਹੈ ਉਹਨੂੰ ਅਸੀਂ ਸੰਭਵ ਆਰਾਮ ਨਾਲ ਕਰ ਲਵਾਂਗੇ। ਜੇਕਰ ਅਸੀਂ ਮਨ ਦੇ ਵਿੱਚ ਇਹ ਪ੍ਰੇਰਨਾ ਨਾ ਰੱਖਾਂਗੇ ਤਾਂ ਅਸੀਂ ਉਹ ਕੰਮ ਜਾਂ ਉਹ ਮੰਜ਼ਿਲ ਜੋ ਤੁਸੀਂ ਮਨ ਵਿੱਚ ਇੱਛਾ ਰੱਖੀ ਆ ਉਹ ਪ੍ਰਾਪਤ ਕਰਨ ਵਿੱਚ ਅਸਫਲ ਵੀ ਹੋ ਸਕਦੇ ਜੀ। ਪਰ ਜੇ ਤੁਸੀਂ ਆਪਣਾ ਹੌਸਲਾ ਕਾਇਮ ਰੱਖੋਗੇ ਤੇ ਆਪਣੇ ਆਪ ਨੂੰ, ਆਪਣੇ ਅੰਦਰ ਨੂੰ ਮੋਟੀਵੇਟ ਕਰਦੇ ਰਹੋਗੇ, ਉਤਸ਼ਾਹਿਤ ਕਰਦੇ ਰਹੋਗੇ ਕਿ ਮੈਂ ਇਹ ਕਰ ਸਕਦਾ, ਤਾਂ ਤੁਸੀਂ ਉਸ ਵਿੱਚ ਜ਼ਰੂਰ ਹੀ ਸਫਲ ਹੋ ਜਾਓਗੇ। ਅਸੀਂ 3 ਜਿਹੜੇ ਨੁਕਤੇ ਸੀਗੇ ਉਹ ਸਾਹਮਣੇ ਰੱਖੇ ਤੇ ਅਖੀਰ ਦੇ ਵਿੱਚ ਕੀ ਸਿੱਟਾ ਨਿਕਲਿਆ? ਸਿੱਟਾ ਇਹ ਨਿਕਲਦਾ ਕਿ ਜੇਕਰ ਅਸੀਂ ਬਿਲਕੁਲ ਚਿੰਤਾ ਮੁਕਤ ਹੋ ਕੇ, ਚਿੰਤਾ ਛੱਡ ਕੇ ਬੜੇ ਹੀ ਸਬਰ ਨਾਲ, ਸੰਤੋਖ ਤੇ ਸਹਿਜ ਭਾਵ ਨਾਲ ਕੋਈ ਵੀ ਕੰਮ ਕਰਦੇ ਹਾਂ ਤਾਂ ਉਸ ਕੰਮ ਨੂੰ ਅਸੀਂ ਸੰਭਵ ਬਣਾ ਲੈਂਦੇ ਹਾਂ, ਬੇਸ਼ੱਕ ਉਹ ਸਾਨੂੰ ਪਹਿਲੋਂ ਅਸੰਭਵ ਨਜ਼ਰ ਆਉਂਦਾ। ਭਾਵੇਂ ਉਹ ਸਾਨੂੰ ਸ਼ੁਰੂ ਵਿੱਚ ਲੱਗਦਾ ਕਿ ਇਹ ਕੰਮ ਸਾਡੇ ਕੋਲੋਂ ਨਹੀਂ ਹੋ ਸਕਦਾ, ਪਰ ਜੇਕਰ ਅਸੀਂ ਆਪਣੇ ਵਿੱਚ ਇਹ 3 ਗੁਣ ਸਮਾ ਕੇ, ਸਬਰ, ਸੰਤੋਖ ਤੇ ਸਹਿਜ ਤੇ ਹਿੰਮਤ, ਇਹਨਾਂ ਗੁਣਾਂ ਨੂੰ ਇਕੱਠਿਆਂ ਕਰਕੇ ਕਾਰਜ ਨੂੰ ਕਰਦੇ ਹਾਂ ਤੇ ਉਸ ਕਾਰਜ ਦੇ ਵਿੱਚ ਸਾਨੂੰ ਸਫਲਤਾ ਮਿਲ ਜਾਂਦੀ। ਇਸ ਲਈ ਬੱਚਿਓ, ਕੋਈ ਵੀ ਕੰਮ, ਵਿਸ਼ਾ, ਕੋਰਸ ਜਾਂ ਨੌਕਰੀ ਕਰਨੇ ਔਖੇ ਨਹੀਂ ਹਨ, ਸਗੋਂ ਇਹਨਾਂ ਜਿਹੜੇ ਦੱਸੇ ਤੁਹਾਨੂੰ ਗੁਣਾਂ ਦੇ ਨਾਲ ਔਖੀਆਂ ਤੇ ਔਖੀਆਂ ਸਥਿਤੀਆਂ ਵਿੱਚੋਂ ਵੀ ਤੁਸੀਂ ਆਰਾਮ ਨਾਲ ਅੱਗੇ ਲੰਘ ਸਕਦੇ ਜੀ, ਪਾਰ ਲੰਘ ਸਕਦੇ ਜੀ। ਪਿਆਰੇ ਬੱਚਿਓ, ਜਿਸ ਤਰ੍ਹਾਂ ਅਸੀਂ ਕਿਰਿਆ ਕੀਤੀ ਕਿ ਕਿਸ ਤਰ੍ਹਾਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚੋਂ ਗੁੱਸੇ ਨੂੰ, ਤਣਾਅ ਨੂੰ ਕੱਢ ਸਕਦੇ ਹਾਂ, ਚਿੰਤਾਵਾਂ ਨੂੰ ਦੂਰ ਕਰ ਸਕਦੇ ਹਾਂ ਤੇ ਸਾਡੀ ਜ਼ਿੰਦਗੀ ਕਿਸ ਤਰ੍ਹਾਂ ਖੁਸ਼ੀਆਂ ਦੇ ਨਾਲ ਭਰ ਜਾਵੇਗੀ ਜੇ ਅਸੀਂ ਇਹਨਾਂ ਚੀਜ਼ਾਂ ਤੋਂ ਮੁਕਤ ਹੋ ਜਾਈਏ। ਧੰਨਵਾਦ।